ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਨਾਨਕ ਹੋਸੀ ਵੀ ਸਚ ਜਪਜੀ ਸਾਹਿਬ। ਇਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਸੋਚ ਸੋਚ ਨ ਹੋ ਬਈ ਜੇ ਸੋਚੀ ਲੱਖ ਵਾਰ ਚੁੱਪੇ ਚੁੱਪ ਨਾ ਹੋਵਈ ਜੇ ਲਾਏ ਭੁੱਖਿਆ ਭੁੱਖ ਨ ਉਤਰੀ ਜੇ ਪੰਨਾ ਪੁਰੀ ਬੋਲੋ ਸਿਆਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਗ ਕਿਉ ਸਜਿਆਰਾ ਹੋਈਏ ਕਿਉ ਕੂੜੇ ਟੁੱਟੇ ਹੁਕਮ ਜਾਈ ਚੱਲਣਾ ਨਾਨਕ ਲਿਖਿਆ ਨਾਮ ਹੁਕਮੇ ਹੋਵਣਾ ਕਾਰ ਹੁਕਮ ਨਾ ਕਹਿਆ ਜਾਈ ਹੁਕਮੇ ਹੋਵਣ ਜੀ ਹੁਕਮ ਮਿਲੇ ਵਡਿਆਈ ਹੁਕਮੇ ਉਤਮ ਰੀਜ ਹੁਕਮ ਲਿਖ ਦੁਖ ਸੁਖ ਪਾਈਏ ਇਕ ਨਾ ਹੁਕਮੀ ਬਖਸ਼ੀਸ਼ ਇਕ ਹੁਕਮੀ ਸਦਾ ਭਵਾਈਏ ਹੁਕਮੇ ਅੰਦਰ ਸਭ ਕੋ ਵਾਰ ਹੁਕਮ ਨ ਕੋਏ ਨਾਨਕ ਹੁਕਮੇ ਜੇ ਬੁਝੇ ਤਾਂ ਹਉਮੈ ਕਹੇ ਨ ਕੋਏ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾ ਜਾਣੇ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਰ ਗਾਵੇ ਕੋ ਸਾਜ ਕਰੇ ਤਨ ਗਾਵੇ ਕੋ ਜੀਰ ਗਾਵੇ ਕੋ ਜਪੇ ਦਿਸੇ ਗਾਵੇ ਕੋ ਵੇਖੇ ਹਾਜ਼ਰ ਕਦ ਨਾ ਕਦੀ ਨਾ ਆਵੇ ਕਦ ਕਦ ਕਦੀ ਕੋਟੀ ਕੋਟ ਕੋ ਦਿਨ ਦਾ ਦੇ ਲੈਂਦੇ ਤੱਕ ਜੁਗਾ ਜੁਗੰਤਰ ਖਾਈ ਹੁਕਮੀ ਹੁਕਮ ਚਲਾਹੇ ਰਾ ਨਾਨਕ ਵਿਖਸੇ ਬੇਪਰਵਾਹ ਸਹਿਬ ਸਾਚ ਨਾਏ ਵਾਹਿਗੁਰੂ ਭਾਖਿਆ ਭਾਉ ਅਪਾਰ ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾ ਫੇਰ ਕੇ ਅੱਗੇ ਰੱਖੀਏ ਜਿਤ ਸੇ ਦਰਬਾਰ ਮੋਹ ਕੇ ਬੋਲਣ ਬੋਲੀਏ ਜਿਸੁ ਧਰੇ ਪਿਆ ਅੰਮ੍ਰਿਤ ਵੇਲਾ ਸਜਣਾ ਵਡਿਆਈ ਵਿਚਾਰ ਧਰਮੀ ਆਵੇ ਕਪੜਾ ਨਗਰੀ ਮੋਖ ਦੁਆਰ ਨਾਨਕ ਐਵੇਂ ਜਾਣੀਏ ਸਭ ਆਪੇ ਸਜਿਆ ਆਪਿਆ ਨ ਜਾਏ ਕੀਤਾ ਨ ਹੋਏ ਆਪੇ ਨਿਰੰਜਨ ਸੋਏ ਜਿਨ ਸੇ ਵਿਆਤਨ ਪਾਇਆ ਮਨ ਨਾਨਕ ਕਬੀਏ ਗੁਣੀ ਗਾਵੀਏ ਸੁਣੀਏ ਮਨ ਰੱਖੀਏ ਭਾਵ ਦੁਖ ਪਰ ਹਰ ਸੋ ਕਰ ਲੈ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰ ਈਸਰ ਗੁਰ ਗੋਰਖ ਬ੍ਰਹਮ ਗੁਰ ਪਾਰਬਤੀ ਮਾਈ ਜੇ ਹੋ ਜਾਣਾ ਅੱਖਾਂ ਨਾਈ ਕਹਿਣਾ ਕਦਨ ਨ ਜਾਈ ਗੁਰਾਂ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਤੀਰਥ ਨਾਵਾਂ ਜੇ ਤਿਸ ਭਾਵਾਂ ਵਿਣ ਬਾਣੇ ਕੀ ਨਾਈ ਜੇਤੀ ਸਿੱਧੀ ਉਪਾਈ ਵੇਖਾਂ ਵਿਣ ਕਰਮਾਂ ਕੇ ਮਿਲੇ ਮਤ ਵਿੱਚ ਰਤਨ ਜਵਾਹਰ ਮਾਣਿਕ ਜੇਤ ਗੁਰ ਕੀ ਸੇ ਗੁਰਾਂ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਜੇ ਜੁਗ ਚਾਰੇ ਅਰਜਾ ਔਰਤ ਸੋਹਣੀ ਹੋਏ ਨਵਾਂ ਖੰਡਾ ਵਿਜਾਣੀ ਨਾਲ ਚਲੇ ਸਭ ਕੋਏ ਚੰਗਾ ਨਾਮ ਰਖਾਏ ਕੇ ਜਸ ਕੀ ਰਜ ਜਗਲੇ
ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨ ਪੁੱਛੇਗੇ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਦੇਹਾ ਕੋਏ ਨ ਸੁਝਈ ਜੇ ਤਿਸ ਗੁਣ ਬਚੈ ਸੁਣਿਆ ਸਤ ਵੀਰ ਸੁਰਨਾਰ ਸੁਣਿਆ ਧਰਤ ਧਵਲ ਆਕਾਸ਼ ਸੁਣਿਆ ਦੀਪ ਲੋਕ ਪਾਤਾਲ ਸੁਣਿਆ ਕੋਏ ਨ ਸਕੇ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਧੂਪ ਪਾਪ ਸੁਣਿਆ ਈਸ਼ਰ ਬ੍ਰਹਮਾ ਸੁਣਿਆ ਮੋਕਸ਼ ਸਲਾਹਣ ਸੁਣਿਆ ਜੋਗ ਜਗਤਨ ਸੁਣਿਆ ਸਾਧ ਸਿਮਰਤ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਧੂਪ ਪਾਪ ਕਾ ਨਾਮ ਸੁਣਿਆ ਸਤ ਸੰਤੋਖ ਗਿਆਨ ਸੁਣਿਆ 68 ਕਾਹੇ ਸੁਣਿਆ ਪੜ ਪੜ ਪਾਵੇ ਮਾਨ ਸੁਣਿਆ ਲਾਗੇ ਸਹਿ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਧੂਪ ਪਾਪ ਕਾ ਨਾਮ ਸੁਣਿਆ ਸਰਾਂ ਗੁਣਾ ਕੇ ਸੁਣਿਆ ਸੇਖ ਪੀ ਪਾਸ਼ਾ ਸੁਣਿਆ ਅੰਦਰ ਪਾਵੇ ਰਵ ਸੁਣਿਆ ਹਾਥ ਹੋਵੇ ਰਸਤਾ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਧੂਪ ਪਾਪ ਕਾ ਨਾਮ ਮੰਨੇ ਕੀ ਗਤ ਕਹੀ ਨ ਜਾਏ ਜੇ ਕੋ ਕਹੇ 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 ਕਾਗਜ਼ ਕਲਮ ਨ ਲਿਖਣ ਮੰਨੇ ਕਾਪੈ ਕਰਨ ਵਿਚਾਰ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਇ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਗਲ ਭਵਨ ਕੀ ਸੁਧ ਮੰਨੇ ਮੋਜੋ ਟਨ ਮੰਨੇ ਜਾਉ ਕੇ ਸਾਧ ਜਾਏ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਇ ਮੰਨੇ ਮਾਰਗ ਠਾਕ ਨ ਪਾਏ ਮੰਨੇ ਪਾਸਿਓ ਪ੍ਰਗਟ ਜਾਏ ਮੰਨੇ ਮਗ ਨ ਚੱਲੇ ਮੰਨੇ ਧਰਮ ਸਿਧੀ ਸੰਪਤ ਐਸਾ ਨਾਮ ਨਰਿੰਜਨ ਹੋਏ ਏਕੋ ਮਨ ਜਾਣੇ ਮਨ ਮੰਨੇ ਭਾਵੈ ਮੋਖ ਦੁਆਰ ਮੰਨੇ ਪਰਵਾਰੇ ਸਾਰਾ ਮੰਨੇ ਤਰੇ ਤਾਰੇ ਗੁਰ ਮੰਨੇ ਨਾਨਕ ਭਾਵੇ ਨ ਐਸਾ ਨਾਮ ਨਰਿੰਜਨ ਹੋਏ ਏਕੋ ਮਨ ਜਾਣੇ ਮਨ ਕੋਇ ਪੰਜ ਪਰਵਾਨ ਪੰਜ ਪ੍ਰਧਾਨ ਪੰਚੇ ਪਾਵੈ ਦਰਗੇ ਮਾਨ ਪੰਚੇ ਸੋਹੈ ਦਰ ਰਾਜਾਨ ਪੰਚਾ ਕਾ ਗੁਰੇ ਧਿਆਨ ਜੇ ਕੋ ਕਹੇ ਕਰੇ ਵਿਚਾਰ ਤੇ ਕੇ ਕਰਨੇ ਨਹੀਂ ਤੌਲ ਧਰਮ ਦਇਆ ਕਾ ਕੋ ਸੰਤੋਖ ਧਾਵ ਰਖਿਆ ਜੇ ਕੋ ਪੁਜ ਹੋਵੇ ਸਚਿਆਰ ਧੌਲੇ ਉੱਪਰ ਕੀਤਾ ਧਰਤੀ ਹੋਰ ਪਰੇ ਵਰ ਹੋਰ ਤੇ ਭਾਰ ਤਲੇ ਗੁਣ ਕੀ ਜਾਂਗ ਰੰਗਾ ਕੇ ਨਾਮ ਸਭਨਾ ਲਿਖਿਆ ਬੁੜੀ ਇਹੋ ਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲਿਓ ਖੇਤੀ ਦਾ ਜਾਣੇ ਕੋ ਕੀਤਾ ਪਸਾਓ ਏਕੋ ਕਵਾਓ ਜਿਸਤੇ ਹੋਏ ਲਹਦੇ ਕੁਦਰਤ ਕਵਣ ਕਹਾਂਗੇ ਵਾਰਿਆ ਨ ਜਾਵਾਂ ਏਕ ਵਾਰ ਜੋ ਤੁਧ ਭਾਵੇ ਸਹੀ ਭਲਿਆ ਤੂੰ ਸਦਾ ਸਲਾਮਤ ਸੰਤ ਜਪ ਸੰਤ ਭਾਉ ਸੰਤ ਪੂਜਾ ਸੰਤ ਸੰਗ ਗ੍ਰੰਥ ਮੁਖ ਵੇਦ ਪਾਠ ਸੰਗ ਜੋਗ ਮਨ ਰਹੇ ਉਦਾਸ ਸੰਗ ਭਗਤ ਗੁਣ ਗਿਆਨ ਚਾਰ ਸੰਗ ਸਤੀ ਸੰਗ ਦਾਤਾ ਸੰਗ ਸੂਰਮੋ ਭਗਤ ਸਾਰ ਸੰਗ ਮੋਲ ਲਗਾਏ ਕੁਦਰਤ ਕਵਣ ਕਹਾਂ ਵਿਚਾਰ ਵਾਰਿਆ ਨ ਜਾਵਾਂ ਏਕ ਵਾਰ ਜੋ ਤੁਧ ਭਾਵੇ ਸਹਿ ਭਲਿਆ ਤੂੰ ਸਦਾ ਸਲਾਮਤ ਸੰਤ ਮੂਰਖ ਅੰਧ ਕੋਰ ਸੰਤ ਚੋਰ ਹਰਾਮ ਸੰਤ ਅਮਰ ਕਰ ਜਾਏ ਸੰਤ ਗਲਵਟ ਫਤਿਆ ਕਮਾਏ ਸੰਤ ਪਾਪੀ ਪਾਗਲ ਜਾਏ ਸੰਤ ਕੁੜਿਆਰ ਕੁੜੇ ਫਿਰ ਸੰਗ ਮਲੇ ਮਲ ਭਗਤ ਸੰਗ ਨਿੰਦਕ ਸਿਰ ਕਰੇ ਪਾਰ ਨਾਨਕ ਨੀਚ ਕਹੇ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਜੋ ਤੁਧ ਭਾਵੇ ਸਹੀ ਭਲਿਆ ਤੂੰ ਸਦਾ ਸਲਾਮਤ ਸੰਤ ਨਾਮ ਸੰਤ ਨਾਮ ਨਾਮ ਸੰਖ ਲੋ ਸੰਤ ਹੈ ਸਿਰ ਭਾਰ ਹਰੀ ਨਾਮ ਖਰੀ ਸਾਰਾ ਅਖੜੀ ਗਿਆਨ ਗੀਤ ਗੁਰਦਾ ਅਖੜੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਜਿਨੇ ਲਿਖੇ ਤੇ ਸਰਨਾਏ ਜੇ ਫਰਮਾਏ ਤੇ ਪਾਏ ਜੇਤਾ ਕੀਤਾ ਤੇਤਾ ਨਾਮ ਮਿਲਣਾ ਵੇ ਨਾਹੀ ਕੋ ਕੁਦਰਤ ਕਵਣ ਕਹਾਂ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਜੋ ਤੁਧ ਭਾਵੇ ਸਾਈ ਭਲਿਆ ਤੂੰ ਸਦਾ ਸਲਾਮਤ ਨਰਮ ਭਰੀਏ ਹੱਥ ਪੈਰ ਤੰਦੇ ਪਾਣੀ ਤੋਤੇ ਉਤਰੇ ਮੂਰ ਕਲੀਤੀ ਕੱਪੜ ਹੋਏ ਦੇ ਸਾਬਣ ਲਈ ਭਰੀਏ ਮਤ ਪਾਪਾ ਕੇ ਸੰਗ ਧੋਪੇ ਨਾ ਵੇਖੇ ਉਨੀ ਪਾਪੀ ਅੱਖਣ ਕਰ ਕਰ ਕਰਨਾ ਲਿਖ ਲੈ ਜਾ ਆਪੇ ਵੀ ਜਾਪੇ ਨਾਨਕ ਹੁਕਮੀ ਆਵ ਤੀਰਥ ਤਪ ਦਿਆ ਦਦਨਾ ਜੇ ਕੋ ਭਾਵੇ ਤਿਲ ਕਾ ਸੁਣਿਆ ਮਣਿਆ ਮਨ ਕੀਤਾ ਭਾਵ ਅੰਤਰਗਤ ਤੀਰਥ ਮਨਾ ਸਗੁਣ ਤੇਰੇ ਮੈਂ ਨਹੀਂ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਾਦ
ਸਤ ਆਤਮਾਣੀ ਪਰਮਾਉ ਸਤ ਸੁਆਨ ਸਦਾ ਮਨ ਗਾਵੋ ਅਮਨ ਸਵੇਲਾ ਵਕਤ ਕਮਣ ਅਮਨ ਗਤ ਕਮਣ ਵਾ ਅਮਨ ਸੁਰਤੀ ਮਾ ਕਮਣ ਜਿਤ ਹੋਵਾਇਆ ਕਾ ਵੇਲ ਨ ਪਾਇਆ ਬਣਤੀ ਜੇ ਹੋਵੇ ਲੇਖ ਪੁਰਾਣ ਵਕਤ ਨ ਪਾਇਓ ਕਾਦੀਆਂ ਜੇ ਲਿਖਣ ਲੇਖ ਰਾਣ ਜਤਵਾਰ ਨ ਜੋਗੀ ਜਾਣੇ ਰੋਤਮਾ ਨ ਕੋਏ ਜਾ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਸੋਏ ਕਿਵ ਕਾ ਰਾਖਾ ਕਿਵ ਸਲਾਈ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਏਕੋ ਏਕ ਸਿਆਣਾ ਵੱਡਾ ਸਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅਗੇ ਗਿਆ ਨਾ ਸੋਏ ਪਾਤਾਲ ਨਾ ਪਾਤਾਲ ਲਖ ਆਗਾਸਾਂ ਆਗਾ ਕੋੜ ਕੋੜ ਭਾਲ ਥਕੇ ਵੇਦ ਕਹਿ ਨਿਕਲਾ ਸਹਿ 18 ਕਹਿ ਕਤੇ ਬਾਸ ਲੂ ਵੇਖਤਾ ਲੇਖਾ ਹੋਏ ਤਾਂ ਲਿਖੀਏ ਲੇਖੇ ਹੋਏ ਵਿਨਾਸ਼ ਨਾਨਕ ਵੱਡਾ ਆਖੀਏ ਆਪੇ ਜਾਣੇ ਆਪ ਸਾਲਾ ਹੀ ਸਾਲਾ ਏਤੀ ਸੁਰਤ ਨ ਪਾਈਆਂ ਨਦੀਆਂ ਤੇ ਵਾਹ ਪਵੈ ਸਮੁੰਦ ਨ ਜਾਣੀ ਸਮੁੰਦ ਸਾ ਸੁਲਤਾਨ ਗਿਰਹਾ ਸੇਤੀ ਮਲ ਧਨ ਕੀੜੀ ਤੋਲ ਨ ਹੋਵਣੀ ਜੇ ਤਿਸ ਮਨੋ ਨ ਵਿਸਰੇ ਅੰਤ ਨ ਸਿਰਤੀ ਕਹਿਣ ਅੰਤ ਨ ਕਰਨੇ ਦੇਣ ਅੰਤ ਨ ਵੇਖਣ ਸੁਣਨ ਅੰਤ ਨ ਜਾਪੇ ਕਿਆ ਮਨ ਅੰਤ ਨ ਜਾਪੇ ਕੀਤਾ ਕਾਰ ਅੰਤ ਨ ਜਾਪੇ ਪਾਰਾਵਾਰ ਅੰਤ ਕਾਰਣ ਕੇ ਦੇ ਬਿਰਲਾਏ ਤਾਕੇ ਅੰਤ ਨ ਪਾਏ ਜਾਏ ਇਹੋ ਅੰਤ ਨ ਜਾਣੇ ਕੋਏ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਹਿਬ ਉੱਚਾ ਨਾ ਉੱਚੇ ਉੱਪਰ ਉੱਚਾ ਨਾ ਇਹ ਵੱਡ ਉੱਚਾ ਹੋਵੇ ਕੋਏ ਉੱਚੇ ਕੋ ਜਾਣੇ ਸੋਏ ਇਹ ਵੱਡਾ ਜਾਣੇ ਆਪ ਨਾਨਕ ਨਦਰੀ ਕਰਮੀ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਹੈ ਤੁਮਾਰੇ ਕਿਤੇ ਮੰਗੇ ਜੋਦ ਪਾਰ ਕਿਤਿਆਂ ਗਣਤ ਨਹੀਂ ਵਿਚਾਰ ਕਿਤੇ ਖੱਪ ਟੁੱਟੇ ਵੇਕਾਰ ਕਿਤੇ ਲੈ ਲੈ ਮੁਕਰ ਕਿਤੇ ਮੂਰਖ ਖਾਈ ਕਿਤਿਆਂ ਦੁਖੂ ਸਰਮਾਇਆ ਰੇ ਪੀਦਾ ਤੇਰੀ ਬੰਦ ਖਲਾਸੀ ਬਾਣੇ ਹੋਏ ਹੋਰ ਆਖ ਨਾ ਸਕੇ ਕੋਈ ਜੇ ਕੋ ਖਾਈ ਕੇ ਆਖਣ ਪਾਏ ਉਹ ਜਾਣੇ ਜਿਤਿਆਂ ਮੁ ਆਪੇ ਜਾਣੇ ਆਪੇ ਦੇ ਆਖੇ ਸਿੱਧੀ ਜਿਹਨੂੰ ਬਖਸ਼ੇ ਸਵਸਲਾ ਨਾਨਕ ਪਾਤਸ਼ਾਹੀ ਮੁੱਲ ਗੁਣ ਮੁੱਲ ਵਪਾਰੀਏ ਅਮੋਲਾ ਵੈ ਅਮੁੱਲ ਲੈ ਜਾਏ ਮੁੱਲ ਭਾਏ ਗਮਲਾ ਮੁੱਲ ਧਰਮ ਮੁੱਲ ਦੀਵਾਨ ਮੁੱਲ ਤੁਲ ਮੁੱਲ ਪਰਮਾਨ ਮੁੱਲ ਬਖਸ਼ੀਸ਼ ਮੁੱਲ ਨਿਸ਼ਾਨ ਮੁੱਲ ਕਰਮ ਅਮੁੱਲ ਫਰਮਾਨ ਮੁੱਲੋ ਮੁੱਲਾ ਕਿਆ ਨਾ ਜਾਏ ਆਖ ਆਖ ਰਹੇ ਆਖੇ ਵੇਦ ਪਾਠ ਆਖੇ ਪੜੇ ਕਰੇ ਵਖਿਆਨ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੇ ਗੋਬਿੰਦ ਆਖੇ ਈਸ਼ਵਰ ਆਖੇ ਸਿੱਧ ਆਖੇ ਕੀਤੇ ਕੀਤੇ ਆਖੇ ਨਾਨਮ ਆਖੇ ਦੇਵ ਆਖੇ ਸੁਰਨਨ ਮੁੰਨ ਕੀਤੇ ਆਖੇ ਆਖਣ ਪਾਏ ਕੀਤੇ ਕਹਿ ਕਹਿ ਉਠ ਕੀਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਦੇਵੜ ਭਾਵੇ ਦੇਵੜ ਹੋਏ ਨਾਨਕ ਜਾਣੇ ਸੱਚ ਜੇ ਕੋ ਆਖੇ ਬੋਲ ਵਿਗਾੜਦਾ ਲਿਖੀਏ ਸਿਰਕਾ ਵਾਰਾ ਸੋ ਦਰ ਕੇ ਹਾ ਸੋ ਕਰਕੇ ਹਾ ਜਿਤ ਗੈ ਸਰਬ ਸੰਭਾਲੇ ਬਾਜੇ ਨਾਦ ਅਨੇਕ ਸੰਖਾਂ ਕੀਤੇ ਬਾਵਣ ਹਾਰੇ ਕੀਤੇ ਰਾਗ ਭਰੀ ਸਿਉ ਕਈ ਕੀਤੇ ਗਾਵਣ ਹਾਰੇ ਗਾਵੇ ਤੋਨੋ ਪੌਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੀ ਸੋਮ ਸਦਾ ਸਵਾਰੇ ਗਾਵੇ ਇੰਦਰ ਰਾਸਨ ਗੜ ਦੇਵਤਿਆ ਧਰਮਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਦੀ ਸੰਦੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਤ ਪੜਨ ਰਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵੇ ਮੋਹਣੀਆਂ ਮਨ ਮੋਹਣ ਸੁਰਗ ਮਛ ਪਿਆਲੇ ਗਾਵਣ ਰਤਨ ਉਪਾਏ ਤੇਰੇ 68 ਤੀਰਥ ਨਾਲੇ ਗਾਵੇ ਜੋਰ ਮਹਾਬਲ ਸੂਰਾ ਗਾਵੇ ਖਾਣੀ ਚਾਵੇ ਗਾਵੇ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਧਾਰੇ ਸੇ ਤੁਨੋ ਗਾਵੇ ਜੋ ਤੁਧ ਪਾਵਨ ਰਤਰ ਭਗਤ ਰਸਾਲੇ ਹੋਰ ਕਿਤੇ ਗਾਵਣ ਸੇ ਮੈਂ ਚੇਤਨਾ ਆਮਨ ਵਾਹਿਗੁਰੂ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਹਿਬ ਸਾਚਾ ਸਾਚੀ ਨਾਈ ਹੈ ਵੀ ਹੋਸੀ ਜਾਏ ਨ ਜਾਸੀ ਰਚਨਾ ਜਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਨਿ ਪਾਈ ਕਰ ਕਰ ਵੇਖੇ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ
ਤਿਸ ਭਾਵੇ ਸੋਈ ਕਰਸੇ ਹੁਕਮ ਨ ਕਰਨਾ ਜਾਏ। ਸੋ ਪਾਸ਼ਾ ਸਾਹਿਬ ਸਾਹਿਬ ਨਾਨਕ ਰਹਿਣ ਜਾਈ। ਮੁੰਦਾ ਸੰਤੋਖ ਸਰਮ ਪਚੋਲੀ ਧਿਆਨ ਕਰੈ ਸਗੋ। ਖਿੰਤਾ ਕਾਲ ਕੁਆਰੀ ਕਾਇਆ ਜੋ ਠੰਡਾ ਵਰਤੀ। ਆਈ ਪੰਥੀ ਸਗਲ ਜਮਾਤੀ ਮਨ ਜਿਤੇ ਜਗਦੀ। ਆਦੇ ਕਿਸੇ ਆਦੇ ਆਦ ਨੀਲ ਅਨਾਥ ਅਨਾਹਤ ਜੁਗ ਜੁਗ ਏਕੋ ਵੇਸ। ਭੁਗਤ ਗਿਆਨ ਦਇਆ ਭੰਡਾਰਨ ਘੜ ਘੜ ਵਾਜੈ ਨਾਲ। ਆਪ ਨਾਦ ਨਾਤੀ ਸਭ ਜਾਗੀ ਰਿਸ ਜਬ ਰਸਾ। ਸੰਜੋਗ ਜੋਗ ਦਾ ਕਾਰ ਚਲਾਵੇ ਲੇਖੇ ਆਵੇ ਭਾਗ। ਆਦੇ ਤਿਸੇ ਆਦੇ ਆਦ ਨੀਲ ਅਨਾਥ ਅਨਾਹਤ ਜੁਗ ਜੁਗ ਏਕੋ ਵੇਸ। ਏਕਾ ਮਾਈ ਜੁਗਤ ਵਿਆਈ ਤਿਨ ਜੇਲੇ ਪ੍ਰਵਾਨ। ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ। ਜਿਤ ਭਾਵੇ ਤੈ ਚਲਾਵੇ ਜੋ ਹੋਵੇ ਫੁਰਮਾਨ। ਉਹ ਵੇਖੇ ਉਹਨਾਂ ਨਜ਼ਰ ਨਾ ਆਵੇ ਬਹੁਤਾ ਹੋਣਾ। ਆਦੇ ਤਿਸੇ ਆਦੇ ਆਦ ਨੀਲ ਅਨਾਥ ਅਨਾਹਤ ਜੁਗ ਜੁਗ ਏਕੋ ਵੇਸ। ਆਸਣ ਲੋਏ ਲੋਏ ਭੰਡਾਰ ਜੋ ਬਿਨ ਪੈ ਸੋਏ ਕਾ। ਕਰ ਕਰ ਵੇਖੇ ਸੱਜਣ ਭਾਰ ਨਾਨਕ ਸੱਚੇ ਕੀ ਸਾਚੀ ਕਾ। ਆਦੇ ਤਿਸੇ ਆਦੇ ਆਦ ਨੀਲ ਅਨਾਥ ਅਨਾਹਤ ਜੁਗ ਜੁਗ ਏਕੋ ਵੇਸ। ਇੱਕ ਦੂਜੀ ਬੋ ਲੱਖੋ ਵੇ ਲਖੀ। ਹਰ ਲਗੇੜਾ ਆਖੀਏ ਏਕ ਨਾਮ ਜਲਦੀ। ਏਕ ਰਾਹ ਪਦ ਪੌੜੀਆਂ ਚੜੀਏ ਹੋਏ ਕੀ। ਹੁਣ ਗੱਲਾਂ ਆਕਾਸ਼ ਕੀ ਨਾਨਕ ਨਦਰੀ ਪਾਈਏ ਕੂੜੇ ਕੂੜੇ। ਆਖਣ ਜੋਰ ਚ ਬਹਿਣਾ ਜੋਰ। ਜੋਰ ਮੰਗਣ ਢੇੜ ਨ ਜੋਰ। ਜੋਰ ਨ ਜੀਵਨ ਮਰਨ ਨ ਜੋਰ। ਜੋਰ ਨ ਰਾਜ ਮਾਲ ਮਨਸੋ। ਜੋਰ ਨ ਸੁਰਤੀ ਗਿਆਨ ਵਿਚਾਰ। ਜੋਰ ਨ ਜੋਤੀ ਉਦੈ ਸੰਸਾਰ। ਜਿਸਾ ਜੋਰ ਕਰ ਵੇਖੇ ਸੋਏ ਨਾਨਕ ਉਤਮ ਨੀਚ ਨ ਕੋਏ। ਰਾਤੀ ਰੋਤੀ ਦਿੱਤੀ ਵਾਰ ਪੌਣ ਪਾਣੀ ਅਗਨੀ ਪਾਤਾ। ਤਿਸ ਵਿੱਚ ਧਰਤੀ ਧਾਮ ਲਗੀ ਧਰਮਸਾਰ। ਤਿਸ ਵਿੱਚ ਜੀ ਜੁਗਤ ਕੇ ਤਿਨ ਕੇ ਨਾਮ ਅਨੇਕ ਨਾਮ। ਕਰਮੀ ਕਰਮੀ ਹੋਏ ਵਿਚਾਰ। ਸੱਚਾ ਆਪ ਸੱਚਾ ਦਰਬਾਰ। ਜਿੱਥੇ ਸੋਣ ਪੰਜ ਪਰਵਾਨ। ਨਦੀ ਕਰਮ ਪਏ ਨਿਸ਼ਾਨ। ਖੱਚ ਪਕਾਈ ਉੱਥੇ ਪਾਈ ਨਾਨਕ ਜਾਪੇ ਜਾਏ। ਧਰਮ ਖੰਡ ਕਾਏ ਉਹ ਧਰਮ ਗਿਆਨ ਖੰਡ ਕਾ ਆਪੋ ਕਰਮ। ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼। ਕੇਤੇ ਪਰਮੇ ਘਾਟ ਕੜੀਏ ਰੂਪ ਰੰਗ ਕੇ ਵੇਸ। ਕੇਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਤੂੰ ਉਦੇਸ। ਕੇਤੇ ਇੰਦ ਜਨ ਸੁਰ ਕੇਤੇ ਕੇਤੇ ਮੰਡਲ ਦੇਸ। ਕੇਤੇ ਸਤਿਗੁਰਨਾਥ ਕੇਤੇ ਕੇਤੇ ਦੇਵੀ ਵੇਸ। ਕੇਤੇ ਦੇਵ ਨਾਮ ਕੇਤੇ ਕੇਤੇ ਰਤਨ ਸਮੁੰਦਰ। ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਪਾਲ ਨਰਿੰਦਰ। ਕੇਤੀਆਂ ਸੁਰਤੀ ਸੇਵਕ ਕੇਤੇ ਨਾਨਕ ਅੰਤਨਾਥ। ਗਿਆਨ ਖੰਡ ਮੈਂ ਗਿਆਨ ਪਰਚਨ ਤਿਤ ਨਾਦ ਮਨੋਦ ਕੋੜ। ਸਰਮ ਖੰਡ ਕੀ ਬਾਣੀ ਰੂਪ ਤੇ ਘਾੜ ਘੜੀਏ ਬੋ। ਨਾਕੀਆਂ ਗਲਾਂ ਕੱਤੀਆਂ ਨਾ ਜਾਏ ਜੇ ਕੋ ਕਹੇ ਵਿਜੇ। ਤਿੱਥੇ ਘੜੀਏ ਸੁਰਤ ਮਤ ਮਨ ਬੁੱਧ। ਤਿੱਥੇ ਘੜੀਏ ਸੁਰਾਂ ਸਦਾ ਕੀ ਸੁਧ। ਕਰਮ ਖੰਡ ਕੀ ਬਾਣੀ ਜੋ ਤਿੱਥੇ ਹੋਰ ਨ ਕੋਈ। ਤਿੱਥੇ ਜੋਰ ਮਹਾਨ ਮੈਂ ਰਾਮ ਲਿਆ ਪਤੋ। ਤੇ ਸੀਤੋ ਸੀਤਾ ਮੈਂ ਮਾਏ। ਤਾਕੇ ਰੂਪ ਨ ਬਦਲੇ ਜਾਏ। ਨਾਉ ਮਰੇ ਨ ਢਾਕੇ ਜਾਏ। ਜਿਨ ਕੇ ਰਾਮ ਸੇ ਮਨ ਮਾਏ। ਤਿੱਥੇ ਭਗਤ ਵਸੇ ਕੇ ਲੋਏ। ਕਰਿਆ ਸੱਚਾ ਮਨ ਸੋਏ। ਸੱਚ ਖੰਡ ਵਸੇ ਨਿਰੰਕਾਰ। ਕਰ ਕਰ ਵੇਖੇ ਨਦਰ ਮਿਆਲ। ਤਿੱਥੇ ਖੰਡ ਮੰਡਲ ਵਰ ਖੰਡ। ਏਕੋ ਕਥੇ ਤਹੰਤ ਅੰਤ। ਤਿੱਥੇ ਲੋਏ ਲੋਏ ਆਕਾਰ। ਜਿਵ ਜਿਵ ਹੁਕਮ ਜੜੇ ਦਿਲਕਾਰ। ਵੇਖੇ ਵੇਖੇ ਕਰ ਵਿਚਾਰ। ਨਾਨਕ ਰਤਨਾ ਕਰੜਾ ਕਾਰ। ਜਪ ਹਾਰਾ ਧੀਰਜ ਸੁਨਿਆ। ਨੈਰਣ ਮਤ ਵੇਸ। ਬਹੁ ਖਲਾ ਗੰਤ ਤਾਉ। ਭਾਂਡਾ ਭਉ ਅੰਮ੍ਰਿਤ ਨਿਟਾ। ਘੜੀਏ ਸਭ ਸਜੀ ਜਿਨ ਕੋ ਨਦਰ ਕਰਮ ਤਿਨ ਕਾ। ਨਾਨਕ ਨਦਰੀ ਨਦਰ ਨਿਹਾਰ। ਜਿਨ ਕੋ ਨਦਰ ਕਰਮ ਤਿਨ ਕਾਰ। ਨਾਨਕ ਨਦਰੀ ਨਦਰ ਨਿਹਾਰ। ਸਲੋਕ ਪਵਨ ਗੁਰੂ ਪਾਣੀ ਪਿਤਾ। ਮਾਤਾ ਦਰਤ ਮਹਤ। ਪਵਨ ਗੁਰੂ ਪਾਣੀ ਪਿਤਾ। ਮਾਤਾ ਦਰਤ ਮਹਤ। ਦਿਵਸ ਰਾਤ ਕੋਇ ਦਾਈ ਦਾਇਆ। ਕੇਲੇ ਸਗਲ ਜਗਤ। ਜੰਗਿਆਈਆਂ ਬੁਰਿਆਈਆਂ।
जिनी नाम ते आया, नाम ते आया जिनी नाम ते आया, नाम ते आया जिनी नाम ते आया, नाम ते आया जिनी नाम। सारियां भैणां बोलो नाम। आहा हा गुरमुख बोलो नाम ते आया जिनी नाम ते आया, नाम ते आया जिनी नाम ते आया, नाम ते आया जिनी। आहा नाम ते आया जिनी नाम ते आया, गए मुश्किल काल ते मुके उजले केती छुट्टी नाल, जिनी नाम ते आया गए मुश्किल काल ते मुके उजले केती छुट्टी नाल। वाहिगुरु जी का खालसा, वाहिगुरु जी की फतेह फतेह। जय माता दी, जय माता दी। हे माँ तेरे मंदिरों की शान निराली, द्वार तेरे रंग बरसे महारानी, द्वार तेरे रंग बरसे महारानी। सबकी माँ भरे झोलियाँ महारानी। शेरवालिए मेहरवालिए, लाल चुनरी चढ़ाऊं लाल चूड़ियां, हे माँ लाल चुनरी चढ़ाऊं लाल चूड़ियां, मेहंदी लगाऊं हाथों पे शेरावाली, मेहंदी लगाऊं हाथों पे शेरावाली। लाटा वाली मैया तेरे मंदिरों में लाटा वाली, चाँद
बस तेरा कण कण में अम्बे रानिए, अम्बे रानिए जोता वालिए। रघुवंशी ने अर्जी लगाई, हे माँ सर जीवन ने अर्जी लगाई, मैया फरियाद सुनो जी महारानी, चरणों का प्यार दे दो महारानी। शेरा वालिए, लोटा वालिए, पहाड़ा वालिए, शेरा वालिए, शेरा वालिए, लोटा वालिए, पहाड़ा वालिए, शेरा वालिए, दुर्गा कालिए, शेरा वालिए। सारे बोलो प्रेम से बोलो, मिलके बोलो, जोर से बोलो, जयकारा शेरों वाली का। पौड़ी पौड़ी चढ़ता जा भगता, जय माता की करता जा भगता। ऊंचे पर्वतों की चढ़ लो चढ़ाई भगतों, सुंदर गुफा में विराजे महामाई भगतों। ऊंचे पर्वतों की चढ़ लो चढ़ाई भगतों, सुंदर गुफा में विराजे महामाई भगतों। पौड़ी पौड़ी चढ़ता जा भगता, जय माता की करता जा भगता। सकड़ा से चल दर्शन द्वार से आगे कदम बढ़ा लो, बाण गंगा के शीतल जल में डुबकी एक लगा लो। चरण पादुका मंदिर में भी झुक कर माथा टेको, आदि कुंवारी गर्भ जून का भाव से जलवा देखो। रुत अम्बे माँ के दर्शनों की आई भगतों, सुंदर गुफा में विराजे महामाई भगतों। रुत अम्बे माँ के दर्शनों की आई भगतों, सुंदर गुफा में विराजे महामाई भगतों। पौड़ी पौड़ी चढ़ता जा भगता, जय माता की करता जा भगता। सारे बोलो प्रेम से बोलो, मिलके बोलो,
सच्ची भावना की कर लो कमाई भगतो, सुंदर गुफा में विराजे महामाई भगतो। सच्ची भावना की कर लो कमाई भगतो, सुंदर गुफा में विराजे महामाई भगतो। पौड़ी पौड़ी चढ़ता जा भगता, जय माता की करता जा भगता। पौड़ी पौड़ी चढ़ता जा भगता, जय माता की करता जा भगता। माँ के चरणों की गंगा में अपनी धोलो खाया, वैष्णो देवी के दर्शन का पावन अवसर आया। पावन अवसर आया, पावन अवसर आया, पावन अवसर आया, पावन अवसर आया। गुफा के अंदर पिंडियों का देखो आज नजारा, झुक के यहाँ पर लेता मुरादे, कहते हैं जग सारा। कहते हैं जग सारा, कहते हैं जग सारा, कहते हैं जग सारा, कहते हैं जग सारा। होती सबकी है यहाँ सुनवाई भगतो, सुंदर गुफा में विराजे महामाई भगतो। होती सबकी है यहाँ सुनवाई भगतो, सुंदर गुफा में विराजे महामाई भगतो। पौड़ी पौड़ी चढ़ता जा भगता, जय माता की करता जा भगता। पौड़ी पौड़ी चढ़ता जा भगता, जय माता की करता जा भगता। धरती बोले जय माता की, अंबर बोले, जय माता की, पर्वत बोले, जय माता की, नदियाँ बोले, जय माता की, पवन भी बोले, जय माता की, झरना बोले, जय माता की, मैं भी बोलूं, जय माता की, तुम भी बोलो, जय माता की। जयकारा शेरों वाली, जयकारा पहाड़ों वाली। सिंहासनगता नित्यं पद्माश्रितकरत्वया, शुभदास्तु सदा देवी स्कंदमाता यशस्विनी। जो नित्य सिंह पर विराजमान है और अपने दोनों हाथों में कमल पुष्प धारण करती हैं, वे यशस्विनी स्कंद माता दुर्गा देवी हमेशा हमारा कल्याण करना। हरे कृष्ण। शारदीय नवरात्रि के पावन दिनों में माँ दुर्गा के भिन्न भिन्न स्वरूप की आराधना करते हुए आज हम नवरात्रि के 5वें दिन पर पहुँच गए हैं। प्रथम नवरात्रि को देवी शैलपुत्री, द्वितीय दिन देवी ब्रह्मचारिणी, तृतीय दिन देवी चंद्रघंटा और चतुर्थ दिन देवी कुष्मांडा तथा 5वें दिन देवी स्कंद माता की पूजा की जाती है। आज नवरात्रि के 5वें दिन माँ दुर्गा के पंचम स्वरूप माँ स्कंद माता की उपासना की जानी चाहिए। स्कंद कुमार यानी कि कार्तिकेय की माता होने के कारण इन्हें स्कंद माता कहा जाता है। माता का स्वरूप अत्यंत ममतामय है। उनकी गोद में भगवान स्कंद बाल रूप में विराजित हैं। देवी की 4 भुजाएं हैं। दाईं तरफ की ऊपर वाली भुजा से माता स्कंद को गोद में लिए हुए हैं और नीचे वाली भुजा में कमल का पुष्प सुशोभित है। बाईं तरफ ऊपर वाली भुजा वर मुद्रा में है और नीचे वाली भुजा में कमल पुष्प है। उनका वर्ण श्वेत है और वे स्वयं कमल के आसन पर विराजमान हैं, इसलिए उन्हें पद्मासना भी कहा जाता है। माँ स्कंद माता को गौरी, माहेश्वरी, पार्वती और उमा नाम से भी जाना जाता है। माँ का वाहन सिंह है। माँ दुर्गा का ये स्वरूप ममता की मूर्त माना जाता है। उनकी गोद में भगवान स्कंद यानी कार्तिकेय स्वामी विराजित रहते हैं।
ऐसा कहा जाता है कि स्कंद माता की श्रद्धा पूर्वक पूजा आराधना करने से संतान सुख की प्राप्ति होती है और आपके संतान की हर दुष्प्रभाव से स्कंद माता रक्षा भी करती है। जो निसंतान दंपति हैं, उन्हें आज के दिन स्कंद माता की विशेष पूजा आराधना करनी चाहिए और उनसे संतान सुख प्राप्ति की कामना करनी चाहिए। तो आइए जानते हैं कि स्कंद माता की पूजा विधि और महत्व क्या है। नवरात्रि के 5वें दिन भी हर रोज की तरह सुबह ब्रह्म मुहूर्त में उठकर स्नान इत्यादि से स्वच्छ हो जाइए, स्वच्छ वस्त्र धारण करिए और फिर घर और पूजा के स्थान को गंगा जल या गौमूत्र से शुद्ध कर लें। उसके बाद कलश की स्थापना की है तो वहाँ जाकर पूजन करें। उसे फूल, सुगंधित द्रव्य, अबील, गुलाल, सिंदूर, अक्षत इत्यादि से पूजा करें। फिर माँ का भी इसी प्रकार पूजन करें, श्रृंगार करें। पूजा में फल, फूल, मिठाई, लौंग, इलायची, सिंदूर, अक्षत, धूप, दीप और केले का फल अर्पित करें। माँ की आरती और स्तुति करें। फिर स्वादिष्ट व्यंजन और पकवान का भोग अर्पित करें और स्कंद माता से अपने संतान की रक्षा हेतु प्रार्थना करें। यदि संतान प्राप्त करने की इच्छा रखते हैं तो उन्हें संतान सुख की याचना करें और विशेषकर अपने तथा अपने परिवार जनों के लिए कृष्ण भक्ति की याचना अवश्य करें। तत्पश्चात प्रसाद वितरण करें और इस प्रकार संपूर्ण विधि विधान पूर्वक अपनी पूजा संपन्न करें। नवरात्रि की पंचमी तिथि की अधिष्ठात्री देवी स्कंद माता है, इसलिए अगर किसी व्यक्ति को संतान का अभाव हो तो स्कंद माता की पूजा आराधना करके इस मंत्र का जप करना चाहिए। ओम स्कंद मात्रे नमः। चलिए अब ये भी देख लेते हैं कि माँ दुर्गा को स्कंद माता क्यों कहा जाता है। इसके पीछे की पौराणिक कथा का श्रवण करते हैं। इसका वर्णन हमें शिव पुराण से मिलता है। ये उस समय की बात है जब ताड़कासुर नामक एक दैत्य का अत्याचार अत्यंत बढ़ने लगा था। ताड़कासुर की उत्पत्ति कहाँ से हुई, ये भी एक बड़ी रोचक कथा है। तो एक समय ऋषि मरीचि के पुत्र ऋषि कश्यप, जिन्हें 13 पत्नियां थी और वे सभी प्रजापति दक्ष की पुत्रियां थीं। उनमें से सबसे बड़ी पुत्री का नाम था दीति, जिनके पुत्र हिरण्यकशिपु और हिरण्याक्ष, इन दोनों का वध श्री हरि नारायण ने नरसिम्हा अवतार और वराह अवतार में किया था। इसलिए दीति ने फिर से अपने पति से एक पुत्र की मांग की और तब ऋषि कश्यप ने दीति से कहा कि ब्रह्मा जी की तपस्या करके वो पुत्र की प्राप्ति कर सकती है। अपने पति की बात मानकर दीति ने ऐसा ही किया। उनकी तपस्या के कारण ब्रह्मा जी के वरदान से उन्हें एक पुत्र की प्राप्ति हुई, जिसका नाम वज्रांग था और वो अत्यंत बलशाली और पराक्रमी था। उसने अपने बल से इंद्र को भी परास्त कर दिया और उन सबको बंदी बना लिया था। लेकिन ब्रह्मा जी के समझाने पर उसने सभी देवताओं को मुक्त कर दिया और फिर सात्विक भाव से अपना जीवन व्यतीत करने लगा। किंतु उसकी पत्नी वैरांगी शुद्ध हृदय वाली नहीं थी। उसने अपने पति से एक अत्यंत बलशाली पुत्र की मांग की, जो तीनों लोकों में अपना आधिपत्य स्थापित कर सके। वैरांगी की ये बात उसे अच्छी नहीं लगी, लेकिन फिर भी पत्नी के मोह में उसने वचन दे दिया और ब्रह्मा जी की तपस्या करने लगा, जिससे वैरांगी ने एक पुत्र को जन्म दिया। उसका नाम ताड़कासुर पड़ा। उसने अपने अत्याचारों से चारों ओर उत्पात मचा रखा था और तीनों लोकों में अपना आधिपत्य स्थापित करने हेतु उसने ब्रह्मा जी की तपस्या भी की। उसकी तपस्या से प्रसन्न होकर ब्रह्मा जी ने उसे वरदान मांगने को कहा और तब उसने अमरत्व का वरदान मांगा। ब्रह्मा जी ने कहा कि ये तो मेरे लिए भी संभव नहीं है, इसलिए कुछ और मांगो। तो उसने अपनी कुबुद्धि का उपयोग किया और कपट पूर्वक भगवान शिव के पुत्र के हाथों ही उसकी मृत्यु हो, ये वरदान मांग लिया। उसने सोचा कि महादेव तो वैरागी हैं, तो उनका तो पुत्र होने का कोई प्रश्न ही नहीं उठता, जिससे वो अपने आप ही अमर हो जाएगा, क्योंकि महादेव तो हर पल तपस्या में लीन रहते थे और वे कभी माता पार्वती से विवाह करने वाले नहीं थे, ऐसा उसने सोचा। उसने वरदान में महादेव के पुत्र के हाथों ही उसकी मृत्यु मांगी और ये सुनकर ब्रह्मा जी ने भी तथास्तु कह दिया। वरदान पाकर तारकासुर अत्यंत दुष्ट हो गया। अपने बल पर सभी देवताओं को हराकर उसने देवताओं का अधिकार छीन लिया। इतना ही नहीं, उन सबको स्वर्ग से भी निकाल दिया। अब तारकासुर के अत्याचारों से दुखी सभी देवता ब्रह्मा जी के पास आए और उनको लेकर वे श्री हरि विष्णु की शरण में गए। उनसे प्रार्थना की कि वे उन्हें इस दुखद स्थिति से बाहर निकाले। तब भगवान विष्णु ने उन्हें सांत्वना देते हुए कहा
कि माता सती ने अपना पुनर्जन्म ले लिया है और वे पर्वतराज हिमालय की पुत्री के रूप में जन्म ले चुकी हैं। वे बहुत ही जल्द महादेव से विवाह करेंगी और उनके पुत्र से ताड़कासुर का विनाश होगा। तत्पश्चात कुछ समय में ही माता पार्वती ने घोर तपस्या करके महादेव को प्रसन्न किया और उनसे विवाह किया। महादेव की अर्धांगिनी बनकर माता पार्वती ने एक पुत्र को जन्म दिया जो स्कंद यानी कार्तिकेय है। माँ पार्वती ने अपने पुत्र स्कंद यानी कार्तिकेय को तारकासुर के साथ युद्ध करने के लिए प्रशिक्षित करने के लिए ये स्कंद माता का स्वरूप धारण किया था। स्कंद माता से युद्ध का प्रशिक्षण लेने के बाद कार्तिकेय को भगवान विष्णु ने सभी देवताओं का सेनापति घोषित किया और युद्ध में कार्तिकेय ने तारकासुर का अंत कर दिया। स्कंद माता की कृपा से मूढ़ भी ज्ञानी हो जाता है। उनकी पूजा आराधना करने से मनुष्य के सभी पाप नष्ट होते हैं और जीवन में संकट दूर रहते हैं। स्कंद माता ममता बरसाने वाली देवी है। वे अपने भक्तों पर सदा अपनी कृपा रखती हैं। इसलिए आज के दिन उनकी विशेष रूप से पूजा आराधना करनी चाहिए। उनसे हमारे परिवार की सुरक्षा और संतान सुख की सुरक्षा के साथ साथ अपनी भक्ति की सुरक्षा हेतु भी प्रार्थना करनी चाहिए, क्योंकि वर्तमान समय में चारों ओर माया का प्रभाव दिन प्रतिदिन फैलता जा रहा है। ऐसे में अपनी वैदिक सनातन संस्कृति को जीवंत रखना, उसे आगे बढ़ाना अत्यंत मुश्किल कार्य होता जा रहा है। तो आज के दिन हम माता स्कंद माता से यही प्रार्थना करते हैं कि वे हमें ऐसी शक्ति और सद्बुद्धि प्रदान करें जिससे हम इस भौतिक संसार से मुक्त हो पाए और जीवित रहते हुए अपने सनातन वैदिक धर्म का पालन करते हुए उसका प्रचार प्रसार भी कर पाए और उसे अपने आने वाली पीढ़ी तक पहुंचा पाए। ਅਸੀਂ ਭੁੱਲਣ ਹਾਰੇ ਆਂ ਮਾਂ ਤੂੰ ਬਖਸ਼ ਲਈ। ਅਸੀਂ ਭੁੱਲਣ ਹਾਰੇ ਆਂ ਮਾਂ ਤੂੰ ਬਖਸ਼ ਲਈ। ਅਸੀਂ ਭੁੱਲਣ ਹਾਰੇ ਆਂ ਮਾਂ ਤੂੰ ਬਖਸ਼ ਲਈ। ਅਸੀਂ ਤੇਰੇ ਸਹਾਰੇ ਆਂ ਮਾਂ ਤੂੰ ਬਖਸ਼ ਲਈ। ਚੰਗੇ ਜਾਂ ਮਾੜੇ ਅਸੀਂ ਤੇਰੇ ਸਹਾਰੇ ਆਂ ਮਾਂ ਤੂੰ ਬਖਸ਼ ਲਈ। ਵੇਖਣਾ ਅਵਗੁਣ ਲਾ ਲੈ ਚਰਨੀ ਮੇਰ ਸਾਡੇ ਤੇ ਪਊ ਕਰਨੀ। ਵੇਖਣਾ ਅਵਗੁਣ ਲਾ ਲੈ ਚਰਨੀ ਮੇਰ ਸਾਡੇ ਤੇ ਪਊ ਕਰਨੀ। ਤੇਰੀ ਅੱਖ ਦੇ ਤਾਰੇ ਆ ਮਾਂ ਤੂੰ ਬਖਸ਼ ਲਈ। ਅਸੀਂ ਤੇਰੇ ਸਹਾਰੇ ਆ ਮਾਂ ਤੂੰ ਬਖਸ਼ ਲਈ। ਚੰਗੇ ਜਾਂ ਮਾੜੇ ਆ ਮਾਂ ਤੂੰ ਬਖਸ਼ ਲਈ। ਅਸੀਂ ਭੁੱਲਣ ਹਾਰੇ ਆ ਮਾਂ ਤੂੰ ਬਖਸ਼ ਲਈ। ਬਖਸ਼ ਲਈ ਮਾਂ 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 ਬਖਸ਼ ਲਈ। ਪੰਜ ਤੱਤਾਂ ਦਾ ਕੜਿਆ ਬੰਦਾ ਐਬ ਗੁਨਾਹ ਨਾਲ ਭਰਿਆ ਬੰਦਾ। ਪੰਜ ਤੱਤਾਂ ਦਾ ਕੜਿਆ ਬੰਦਾ ਐਬ ਗੁਨਾਹ ਨਾਲ ਭਰਿਆ ਬੰਦਾ। ਜੇ ਲੋਭ ਦੇ ਮਾਰੇ ਆ ਮਾਂ ਤੂੰ ਬਖਸ਼ ਲਈ। ਅਸੀਂ ਤੇਰੇ ਸਹਾਰੇ ਆ ਮਾਂ ਤੂੰ ਬਖਸ਼ ਲਈ। ਚੰਗੇ ਜਾਂ ਮਾੜੇ ਆ ਮਾਂ ਤੂੰ ਬਖਸ਼ ਲਈ। ਅਸੀਂ ਭੁੱਲਣ ਹਾਰੇ
बख्श लई। प्रीत बलिहार करे अर्जोई बख्शवाए जे भुल चुक होई। प्रीत बलिहार करे अर्जोई बख्शवाए जे भुल चुक होई। असी तेरे सहारे मां तू बख्श लई। असी फुलहारे मां तू बख्श लई। चंगे जामाने मां तू बख्श लई। असी तेरे सहारे मां तू बख्श लई। असी फुलहारे मां तू बख्श लई। असी फुलहारे मां तू बख्श लई। बख्श लई मां 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 बख्श लई। जय गुरु जी की। अब हम मंत्र जाप करेंगे। नमः शिवाय। शिव जी सदा सहाय। नमः शिवाय। गुरु जी सदा सहाय। नमः शिवाय। शिव जी सदा सहाय। नमः शिवाय। गुरु जी सदा नमः शिवाय। शिव जी सदा नमः शिवाय। गुरु जी सदा सहाय। नमः शिवाय। शिव जी सदा नमः शिवाय। गुरु जी सदा सहाय। नमः शिवाय। शिव जी
शिव जी सदा सहाय। ओम नमः शिवाय। गुरुजी सदा सहाय। ओम नमः शिवाय। शिवजी सदा सहाय। ओम नमः शिवाय। गुरुजी सदा सहाय। जय गुरु जी की।